ਸਾਡੇ ਦੇਸ਼ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਆ ਕਿ ਸਾਡੇ ਦੇਸ਼ ਦੇ ਕੋਲ ਸਭ ਤੋਂ ਵਧੀਆ ਤੇ ਸਭ ਤੋਂ ਵੱਡਾ ਸੰਵਿਧਾਨ ਹੋਣ ਦੇ ਬਾਵਜੂਦ ਸਭ ਤੋਂ ਵੱਡੀਆਂ ਸਮੱਸਿਆਵਾਂ ਵੀ ਸਾਡੇ ਦੇਸ਼ ਦੇ ਵਿੱਚ ਜਦੋਂ ਆਪਾਂ ਆਪਣੀ ਵਿਧਾਨ ਸਭਾ 'ਚ ਦੇਖਦੇ ਹਾਂ, ਲੋਕ ਸਭਾ 'ਚ ਦੇਖਦੇ ਹਾਂ, ਰਾਜ ਸਭਾ 'ਚ ਦੇਖਦੇ ਹਾਂ ਤੇ ਮਹਿਲਾਵਾਂ ਦੀ ਜਿਹੜੀ ਗਿਣਤੀ ਆ ਕਿਤੇ ਨਾ ਕਿਤੇ ਘੱਟ ਦਿਸਦੀ ਹੈ। ਜਿਹੜੀ ਟੈਕਨੋਲੋਜੀ ਆ ਇਹ ਜੈਂਡਰ ਇਕੁਐਲਿਟੀ ਲਿਆਉਣ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ? ਕਿਤੇ ਨਾ ਕਿਤੇ ਜਦੋਂ ਆਪਾਂ ਸਕੀਮਸ ਬਣਾ ਦਿੰਨੇ ਆ ਬਟ ਉਹਦੀ ਇੰਪਲੀਮੈਂਟੇਸ਼ਨ ਨਹੀਂ ਹੁੰਦੀ ਸਰ, ਉਦੋਂ ਕਿਤੇ ਨਾ ਕਿਤੇ ਜਿਹੜੀ ਮਤਲਬ ਵਿਮਨ ਨੂੰ ਥ੍ਰੈਟ ਹੋਣਾ ਸ਼ੁਰੂ ਹੋ ਜਾਂਦਾ ਤੇ ਉਹ ਨੀਤੀਆਂ ਵਿੱਚ ਕਿਤੇ ਨਾ ਕਿਤੇ ਕਮੀ ਹੈ ਜਾਂ ਜਾਗਰੂਕਤਾ 'ਚ ਕਿਤੇ ਨਾ ਕਿਤੇ ਕਮੀ ਹੈ? ਜੋ ਸਾਡੇ ਐਮਐਲਏ ਨੇ, ਐਮਸੀ ਨੇ, ਉਹਨਾਂ ਨੂੰ ਬੰਨਤਾ ਜਾਂਦੀਆਂ ਨੇ, ਠੀਕ ਹੈ, ਐਮਸੀ ਐਮਐਲਏ, ਬਟ ਇਨ ਐਕਚੁਅਲ ਉਹਨਾਂ ਦੇ ਹਸਬੈਂਡ ਵਰਕ ਕਰ ਰਹੇ ਹੁੰਦੇ ਆ। ਮਤਲਬ ਕਿਉਂ ਨਹੀਂ ਵਿਮਨ ਨੂੰ ਤੁਸੀਂ ਅੱਗੇ ਆਉਣ ਦੇ ਰਹੇ? ਕਿ ਸਿਰਫ ਕਿਉਂ ਐਜੂਕੇਸ਼ਨਲ ਬੈਕਵਰਡ ਹੈ? ਕਿਉਂ ਤੁਸੀਂ ਐਜੂਕੇਸ਼ਨਲੀ ਉਹਨਾਂ ਨੂੰ ਪ੍ਰਮੋਟ ਨਹੀਂ ਕਰ ਰਹੇ? ਮਤਲਬ ਕੀ ਰੀਜ਼ਨ ਹੈ ਇਹਦਾ? ਮਤਲਬ ਕਿ ਜਿਹੜੇ ਮੈਨਸ ਹੈ ਉਹ ਕਿਉਂ ਵਿਮਨ ਨੂੰ ਵੀਕ ਸਮਝਦੇ? ਤੁਸੀਂ ਕੀ ਸੋਚਦੇ ਹੋ ਕਿ ਇਹਦਾ ਰੀਜ਼ਨ ਕੀ ਹੋ ਸਕਦਾ? ਇਹ ਨਹੀਂ ਕਹਿ ਸਕਦੇ ਕਿ ਇੱਕੋ ਦਿਨ 'ਚ ਸਾਰੀ ਦੁਨੀਆ ਨੂੰ ਆਪਾਂ ਚੇਂਜ ਕਰ ਸਕਦੇ ਹਾਂ ਜਾਂ ਵਿਮਨ ਇਨਰੋਲਮੈਂਟ ਵਧਾ ਸਕਦੇ ਹਾਂ, ਬਟ ਕਹਿੰਦੇ ਨਾ ਵੀ ਜੇ ਤੁਸੀਂ ਘਰ ਤੋਂ ਹੀ ਚੀਜ਼ਾਂ ਸ਼ੁਰੂ ਕਰੋਗੇ ਤਾਂ ਅੱਗੇ ਲੈਵਲ ਤੇ ਤਾਂ ਜਾਂਦੀ ਹੈ। ਜੇ ਥੋੜੇ ਵੀ ਆਪਾਂ ਕਦਮ ਚੱਕਣਾ ਸ਼ੁਰੂ ਕਰਾਂਗੇ ਤਾਂ ਸਰ ਇੱਦਾਂ ਅਵੇਅਰਨੈਸ ਜਾਗ ਸਕਦੀ ਹੈ। ਜਿਵੇਂ ਆਪਾਂ ਦੇਖਦੇ ਹਾਂ ਜਿਹੜਾ 498A ਆ, ਉਹ ਕਹਿੰਦੇ ਕਿ ਉਹ ਜ਼ਿਆਦਾਤਰ ਜਿਹੜਾ ਮਿਸਯੂਜ਼ ਹੋ ਰਿਹਾ, ਤੇ ਮਤਲਬ ਇਹ ਸਹੀ ਹੈ ਜੋ ਮਿਸਯੂਜ਼ ਹੋ ਰਿਹਾ ਕਿ ਵਿਮਨ ਨੂੰ ਅੱਗੇ ਗੈਪ ਕਰਦੇ ਉਹਨਾਂ ਨੂੰ ਅੱਗੇ ਅਪਲਿਫਟ ਕਰਦੇ ਕਿਤੇ ਨਾ ਕਿਤੇ ਮੈਨ ਦੀ ਜਿਹੜੀ ਪ੍ਰਾਈਵੇਸੀ ਉਹ ਥ੍ਰੈਟ ਹੋ ਰਹੀ ਹੈ। ਇਹ ਕਿਸ ਤਰ੍ਹਾਂ ਇਨੀਸ਼ੀਏਟਿਵ ਲਿਆ ਆਪਾਂ ਕਰ ਸਕਦੇ ਹਾਂ ਕਿ ਜਿਹੜਾ ਜੈਂਡਰ ਇਕੁਐਲਿਟੀ ਆਏ, ਕਿ ਸਾਰੇ ਲੋਕੀ ਆਪਣੇ ਆਪ ਨੂੰ ਬਰਾਬਰ ਮਹਿਸੂਸ ਕਰਨ? ਹੁਣ ਆਪਣੇ ਕਾਲਜ ਦੀ ਦੇਖ ਲਓ, ਹਰਜੀਤ ਮੈਮ ਹੈ, ਮਤਲਬ ਐਡੇ ਵੱਡੇ ਲੈਵਲ ਤੇ ਜਿਹੜੇ ਆਕਲੈਂਡ ਦੇ ਵਿੱਚ ਜਾ ਕੇ ਪਹਿਲੀ ਗੱਲ ਤਾਂ ਇੰਡੀਆ ਲੈਵਲ ਨੂੰ ਰਿਪਰੈਜ਼ੈਂਟ ਕਰਕੇ ਆਏ, ਦੂਜੀ ਉਹ ਮਾਤਾ ਗੁਜਰੀ ਕਾਲਜ ਨੂੰ ਰਿਪਰੈਜ਼ੈਂਟ ਕਰਕੇ ਆਏ। ਸਤਿ ਸ਼੍ਰੀ ਅਕਾਲ ਜੀ। ਮਾਤਾ ਗੁਜਰੀ ਕਾਲਜ ਦਾ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਿਲਰਾਜ ਸਿੰਘ ਸਵਾਗਤ ਕਰਦਾ ਹਾਂ। ਅੱਜ 8 ਮਾਰਚ ਨੂੰ ਪੂਰੇ ਵਿਸ਼ਵ ਦੇ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਜਿਹੜਾ ਥੀਮ ਰੱਖਿਆ ਗਿਆ ਹੈ ਉਹ ਥੀਮ ਹੈ ਡਿਜਿਟ ਆਲ ਇਨੋਵੇਸ਼ਨ ਐਂਡ ਟੈਕਨੋਲੋਜੀ ਫਾਰ ਜੈਂਡਰ ਇਕੁਐਲਿਟੀ। ਇਸ ਦਿਵਸ ਦਾ ਉਦੇਸ਼ ਹੈ ਕਿ ਪੂਰੇ ਵਿਸ਼ਵ ਪੱਧਰ ਤੇ ਮਹਿਲਾਵਾਂ ਵਾਸਤੇ ਜਿਹੜੀ ਹੈ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਿਹੜੀ ਬਰਾਬਰੀ ਲਿਆਂਦੀ ਜਾਵੇ। ਜਦੋਂ ਆਪਾਂ ਧਾਰਮਿਕ ਬਰਾਬਰੀ ਦੀ ਗੱਲ ਕਰਦੇ ਹਾਂ ਤਾਂ ਸਾਰੇ ਧਰਮਾਂ ਦੇ ਵਿੱਚ ਜਿਹੜਾ ਮਹਿਲਾਵਾਂ ਨੂੰ ਪੂਰਾ ਸਤਿਕਾਰ ਦਿੱਤਾ ਗਿਆ ਹੈ, ਬਰਾਬਰਤਾ ਦਿੱਤੀ ਗਈ ਹੈ, ਪਰ ਸਮਾਜਿਕ ਤੌਰ 'ਤੇ ਜਿਹੜੀ ਅਜੇ ਸੰਭਵ ਜਿਹੜੀ ਆ ਨਹੀਂ ਹੋ ਸਕੀ। ਹੁਣ ਜਦੋਂ ਆਪਾਂ ਰਾਜਨੀਤਿਕ ਬਰਾਬਰੀ ਦੀ ਗੱਲ ਕਰਦੇ ਹਾਂ ਤਾਂ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਰਾਈਟ ਟੂ ਇਕੁਐਲਿਟੀ ਆਰਟੀਕਲ 14 ਤੋਂ ਲੈ ਕੇ 18 ਤੱਕ ਦਿੱਤਾ ਗਿਆ, ਜਿਸ ਦੇ ਤਹਿਤ ਕਿਸੇ ਨਾਲ ਕਿਸੇ ਵੀ ਤਰ੍ਹਾਂ ਦੀ ਜਿਹੜੀ ਨਾ ਬਰਾਬਰੀ ਨਹੀਂ ਕੀਤੀ ਜਾਂਦੀ। ਪਰ ਜਦੋਂ ਇਸ ਦਾ ਅਮਲੀ ਰੂਪ ਦੇਖਦੇ ਹਾਂ ਤਾਂ ਤਸਵੀਰ ਕੁਝ ਹੋਰ ਦੇਖਣ ਨੂੰ ਮਿਲਦੀ ਹੈ। ਜਦੋਂ ਆਪਾਂ ਆਪਣੀ ਵਿਧਾਨ ਸਭਾ 'ਚ ਦੇਖਦੇ ਹਾਂ, ਲੋਕ ਸਭਾ 'ਚ ਦੇਖਦੇ ਹਾਂ, ਰਾਜ ਸਭਾ 'ਚ ਦੇਖਦੇ ਹਾਂ ਤੇ ਮਹਿਲਾਵਾਂ ਦੀ ਜਿਹੜੀ ਗਿਣਤੀ ਆ ਕਿਤੇ ਨਾ ਕਿਤੇ ਘੱਟ ਦਿਸਦੀ ਹੈ। ਮੰਗ ਉੱਠਦੀ ਆ ਕਿ ਜਿਹੜੇ 33% ਜਿਹੜਾ ਆ ਪਾਰਟੀਸਪੇਸ਼ਨ ਹੈ, ਹਿੱਸੇਦਾਰੀ ਆ ਮਹਿਲਾਵਾਂ ਦੀ, ਉਹ ਰਾਜਨੀਤਿਕ ਤੌਰ 'ਤੇ ਪੱਕੀ ਤੈਅ ਕੀਤੀ ਜਾਵੇ, ਜੋ ਹਜੇ ਮੁਮਕਿਨ ਨਹੀਂ ਹੋ ਸਕਿਆ। ਇਸੇ ਵਿਸ਼ੇ 'ਤੇ ਚਰਚਾ ਕਰਨ ਵਾਸਤੇ ਸਾਡੇ ਨਾਲ ਜੁੜੇ ਨੇ ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਦੇ ਪ੍ਰੋਫੈਸਰ ਗੁਰਲੀਨ ਮੈਮ। ਮੈਮ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ। ਅਤੇ ਮੈਮ ਮੇਰਾ ਪਹਿਲਾ ਸਵਾਲ ਇਹ ਹੈ ਕਿ ਜੋ ਸਾਡੇ ਇਸ ਸਮੇਂ ਮਨਾਇਆ ਜਾ ਰਿਹਾ ਵਿਸ਼ਵ ਪੱਧਰ 'ਤੇ ਮਹਿਲਾ ਦਿਵਸ, ਕਿ ਜਿਹੜਾ ਇਹਦਾ ਥੀਮ ਹੈ ਕਿ ਇਨੋਵੇਸ਼ਨ ਐਂਡ ਟੈਕਨੋਲੋਜੀ ਫਾਰ ਜੈਂਡਰ ਇਕੁਐਲਿਟੀ, ਜਿਹੜੀ ਟੈਕਨੋਲੋਜੀ ਆ ਇਹ ਜੈਂਡਰ ਇਕੁਐਲਿਟੀ ਲਿਆਉਣ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ? ਸਰ ਦੇਖੋ, ਜਿਵੇਂ ਸਪੋਜ਼ ਆਪਾਂ ਦੇਖਦੇ ਹਾਂ ਵੀ ਜਿਹੜੀ ਇੱਕ ਵਿਮਨ ਦੀ ਪਾਰਟੀਸਪੇਸ਼ਨ ਹੈ ਜੈਂਡਰ ਇਕੁਐਲਿਟੀ ਦੇ ਵਿੱਚ, ਮਤਲਬ ਇੱਕ ਡਿਜੀਟਲੀ ਜੇ ਦੇਖਿਆ ਜਾਵੇ, ਕੋਵਿਡ-19 ਦੀ ਆਪਾਂ ਗੱਲ ਕਰ ਲੈਂਦੇ ਹਾਂ, ਮਤਲਬ ਉਸ ਟਾਈਮ ਆਪਾਂ ਦੇਖਿਆ ਕਿ ਵਿਮਨ ਪਾਰਟੀਸਪੇਸ਼ਨ ਡਿਜੀਟਲੀ ਬਹੁਤ ਹੋ ਰਹੀ ਸੀ। ਇਵਨ ਗਵਰਨਮੈਂਟ ਇਨੀਸ਼ੀਏਟਿਵਸ ਵੀ ਇੱਦਾਂ ਦੇ ਸੀ ਕਿ ਜਿਹੜੇ ਡਿਜੀਟਲੀ ਵਿਮਨ ਨੂੰ ਇਨਰੋਲ ਕਰਵਾ ਰਹੇ ਸੀ, ਬਟ ਕਿਤੇ ਨਾ ਕਿਤੇ ਜਦੋਂ ਆਪਾਂ ਸਕੀਮਸ ਬਣਾ ਦਿੰਦੇ ਹਾਂ ਬਟ ਉਹਦੀ ਇੰਪਲੀਮੈਂਟੇਸ਼ਨ ਨਹੀਂ ਹੁੰਦੀ ਸਰ, ਉਦੋਂ ਕਿਤੇ ਨਾ ਕਿਤੇ ਜਿਹੜੀ ਮਤਲਬ ਵਿਮਨ ਨੂੰ ਥ੍ਰੈਟ ਹੋਣਾ ਸ਼ੁਰੂ ਹੋ ਜਾਂਦਾ। ਅਤੇ ਜਦੋਂ ਆਪਾਂ ਮੰਨ ਲਓ ਹੁਣ ਸੰਵਿਧਾਨਿਕ ਤੌਰ 'ਤੇ ਗੱਲ ਕਰੀਏ ਕਿ ਸਾਨੂੰ ਆਰਟੀਕਲ 14 ਤੋਂ ਲੈ ਕੇ ਆਰਟੀਕਲ 18 ਤੱਕ ਰਾਈਟ ਟੂ ਇਕੁਐਲਿਟੀ ਜਿਹੜੀ ਦਿੱਤੀ ਗਿਆ, ਫਿਰ ਵੀ ਜਿਹੜੀ ਅਵੇਅਰਨੈਸ ਨਾ ਹੋਣ ਕਰਕੇ ਕਿਤੇ ਨਾ ਕਿਤੇ ਆਪਾਂ ਦੇਖਦੇ ਹਾਂ ਕਿ ਨਾ ਇਕੱਲਾ ਜੈਂਡਰ ਦੇ ਆਧਾਰ 'ਤੇ ਨਹੀਂ, ਹੋਰ ਵੀ ਬੜੀ ਜ਼ਿਆਦਾ ਜਿਹੜੀ ਇਨਇਕੁਐਲਿਟੀ ਜਿਹੜੀ ਆ ਫੇਸ ਕੀਤੀ ਜਾਂਦੀ ਹੈ। ਅਤੇ ਉਹਦੇ ਕੀ ਕਾਰਨ, ਮੇਨ ਕਾਰਨ ਕੀ ਨੇ?
ਸਰ ਅਗਰ ਆਪਾਂ ਦੇਖੀਏ ਤਾਂ ਮਤਲਬ ਵੂਮਨਸ, ਜਿਵੇਂ ਹੁਣ ਤੁਸੀਂ ਰਾਈਟ ਟੂ ਇਕੁਐਲਿਟੀ ਦੀ ਗੱਲ ਕੀਤੀ, ਰਾਈਟ ਟੂ ਇਕੁਐਲਿਟੀ ਦੇ ਵਿੱਚ 15 ਆਰਟੀਕਲ ਦੇ ਵਿੱਚ ਵੀ ਜਿਹੜੀ ਐਕਸੈਪਸ਼ਨ ਹੈ ਵੂਮਨ ਦੀ, ਜਿਹੜੀ ਉਹਨਾਂ ਨੇ ਰਿਜ਼ਰਵੇਸ਼ਨ ਰੱਖੀ ਹੋਈ ਹੈ, ਬਟ ਕੀ ਇਨ ਐਕਚੁਅਲ ਵੂਮਨ ਨੂੰ ਰਿਜ਼ਰਵੇਸ਼ਨ ਹਰ ਜਗ੍ਹਾ ਤੇ ਮਿਲ ਰਹੀ ਹੈ? ਤੁਸੀਂ ਪੰਜਾਬ ਦੀ ਗੱਲ ਕਰ ਲਓ ਸਰ, 33% ਰਿਜ਼ਰਵੇਸ਼ਨ ਵੂਮਨ ਨੂੰ ਦਿੱਤੀ ਹੋਈ ਹੈ। ਮਤਲਬ ਮੇਰਾ ਪਰਸਨਲ ਐਕਸਪੀਰੀਅੰਸ ਹੈ, ਜੋ ਸਾਡੇ ਐਮਐਲਏ ਨੇ, ਐਮਸੀ ਨੇ, ਉਹਨਾਂ ਨੂੰ 33 ਬਣਤਾ ਜਾਂਦੀਆਂ ਨੇ, ਠੀਕ ਹੈ, ਐਮਸੀ ਐਮਐਲਏ, ਬਟ ਇਨ ਐਕਚੁਅਲ ਉਹਨਾਂ ਦੇ ਹਸਬੈਂਡ ਵਰਕ ਕਰ ਰਹੇ ਹੁੰਦੇ ਅੱਗੇ। ਮਤਲਬ ਕਿਉਂ ਨਹੀਂ ਵਿਮਨ ਨੂੰ ਤੁਸੀਂ ਅੱਗੇ ਆਉਣ ਦੇ ਰਹੇ? ਕਿ ਸਿਰਫ ਕਿ ਉਹ ਐਜੂਕੇਸ਼ਨਲ ਬੈਕਵਰਡ ਹੈ? ਕਿਉਂ ਤੁਸੀਂ ਐਜੂਕੇਸ਼ਨਲੀ ਉਹਨਾਂ ਨੂੰ ਪ੍ਰਮੋਟ ਨਹੀਂ ਕਰ ਰਹੇ? ਕਿਉਂ ਤੁਸੀਂ ਸੁਸਾਇਟੀ ਦੇ ਵਿੱਚ ਉਹਨਾਂ ਨੂੰ ਐਨਰੋਲ ਨਹੀਂ ਕਰ ਰਹੇ? ਕਿਉਂ ਤੁਸੀਂ ਸੁਸਾਇਟੀ ਦੇ ਵਿੱਚ ਉਹਨਾਂ ਨੂੰ ਉਤਾਰ ਨਹੀਂ ਰਹੇ? ਮਤਲਬ ਕੀ ਰੀਜ਼ਨ ਹੈ ਇਹਦਾ? ਮਤਲਬ ਕਿ ਜਿਹੜੇ ਮੈਨਸ ਹੈ ਉਹ ਕਿਉਂ ਵਿਮਨ ਨੂੰ ਵੀਕ ਸਮਝਦੇ? ਮਤਲਬ ਇਹਦਾ ਕੀ ਤੁਸੀਂ ਕੀ ਸੋਚਦੇ ਹੋ ਕਿ ਇਹਦਾ ਰੀਜ਼ਨ ਕੀ ਹੋ ਸਕਦਾ? ਮਤਲਬ ਕੁਛ ਸਰ ਇੱਕ ਹੁੰਦਾ ਹੈ ਨਾ ਕਿ ਜਿਹੜੀ ਪੈਟਰੈਕਲ ਸੁਸਾਇਟੀ ਆਪਣੀ ਉਹ ਖਿੱਚ ਰਹੀ ਹੈ ਕੁਛ, ਮਤਲਬ ਹਾਲਾਂਕਿ ਇੰਨੀਆਂ ਇਹ ਸਕੀਮਸ ਹੋਣ ਦੇ ਬਾਵਜੂਦ, ਇੰਨੀ ਇਨਰੋਲਮੈਂਟ ਹੋਣ ਦੇ ਬਾਵਜੂਦ, ਇੰਨੀ ਰਿਜ਼ਰਵੇਸ਼ਨ ਹੋਣ ਦੇ ਬਾਵਜੂਦ ਵੀ ਵੂਮਨ ਆਪਾਂ ਦੇਖਦੇ ਹਾਂ ਕਿ ਸਕੀਮਸ ਤਾਂ ਬਹੁਤ ਬਣ ਗਿਆ ਕਿ ਜਿਹੜਾ ਉਹਦਾ ਗਰਾਊਂਡ ਲੈਵਲ ਹੈ ਕਿ ਉੱਥੇ ਇੰਪਲੀਮੈਂਟ ਹੋ ਰਹੀਆਂ ਨੇ। ਜਿਵੇਂ ਇਹ ਹੁਣ ਦੇਖਣਾ ਚਾਹੀਦਾ। ਮੰਨ ਲਓ ਆਪਾਂ ਆਪਣੇ ਪ੍ਰੈਜ਼ੀਡੈਂਟ ਦੀ ਗੱਲ ਕਰਦੇ ਹਾਂ ਤੇ ਉਹ ਪਹਿਲੀ ਟਰਾਈਬਲ ਉਹਨੂੰ ਬਿਲੋਂਗ ਕਰਦੇ ਨੇ ਤੇ ਉਹ ਬਣੇ ਨੇ, ਪ੍ਰੈਜ਼ੀਡੈਂਟ ਬਣੇ ਨੇ। ਬਿਲਕੁਲ। ਤੇ ਕੀ ਇਹ ਮੁਮਕਿਨ ਨਹੀਂ ਹੈਗਾ ਕਿ ਜਿਵੇਂ ਹੁਣ ਸਾਡੀਆਂ ਰੂਰਲ ਵੂਮਨ ਨੇ, ਸਰਕਾਰ ਨੀਤੀਆਂ ਤਾਂ ਬਣਾਉਂਦੀ ਹੈ ਕਿ ਉਹਨਾਂ ਨੂੰ ਐਮਪਾਵਰ ਕੀਤਾ ਜਾ ਸਕੇ, ਤੇ ਉਹ ਨੀਤੀਆਂ ਵਿੱਚ ਕਿਤੇ ਨਾ ਕਿਤੇ ਕਮੀ ਹੈ ਜਾਂ ਜਾਗਰੂਕਤਾ 'ਚ ਕਿਤੇ ਨਾ ਕਿਤੇ ਕਮੀ ਹੈ? ਸਰ ਕਿਤੇ ਨਾ ਕਿਤੇ ਅਵੇਅਰਨੈਸ ਕੰਪੇਨ ਚਲਾਉਣ ਦੀ ਵੀ ਲੋੜ ਹੈ, ਕਿਤੇ ਨਾ ਕਿਤੇ ਜਿਹੜੀ ਨੀਤੀਆਂ ਨੇ ਉਹਨਾਂ ਨੂੰ ਐਕਚੁਅਲ ਇੰਪਲੀਮੈਂਟ ਕਰਨ ਦੀ ਵੀ ਲੋੜ ਹੈ। ਮੈਂ ਸਰ ਜਿਵੇਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ, ਮੈਂ ਜਦੋਂ ਕਾਲਜ ਦੇ ਵਿੱਚ ਸਟੱਡੀ ਕਰਦੀ ਸੀ ਤੇ ਸਾਡਾ ਐਨਐਸਐਸ ਕੈਂਪ ਲੱਗਿਆ, ਤੇ ਸਾਡਾ ਕੈਂਪ ਸੀ ਮਹਿਮੂਦਪੁਰ ਸੋਢੀਆਂ ਪਿੰਡ ਦੇ ਵਿੱਚ, ਇੱਥੇ ਜਿਹੜਾ ਫਤਿਹਗੜ੍ਹ ਸਾਹਿਬ ਦੇ ਨੇੜੇ। ਉੱਥੇ ਇੱਕ ਘਰ ਦਾ ਜਦੋਂ ਅਸੀਂ ਸਰਵੇ ਕਰ ਰਹੇ ਸੀ, ਮਤਲਬ ਅਸੀਂ ਜਦੋਂ ਇੱਕ ਸਰਵੇ ਕੀਤਾ ਉਹਨਾਂ ਦੀ ਫੈਮਿਲੀ ਦਾ, ਮਤਲਬ ਉਹਨਾਂ ਦੀ ਬੇਟੀ ਬਹੁਤ ਹੀ ਇੰਟੈਲੀਜੈਂਟ, ਉਹ ਕਹਿੰਦੇ ਵੀ ਬਸ ਅਸੀਂ ਅੱਗੇ ਉਹਨੂੰ ਪੜ੍ਹਾਉਣਾ ਨਹੀਂ, ਕਿ ਸਾਡੇ ਘਰ ਦਾ ਰਿਵਾਜ ਨਹੀਂ, ਵੀ ਬਸ 12 ਕਰਕੇ ਬਸ ਬਹੁਤ ਹੈ। ਮਤਲਬ ਫਿਰ ਮੈਂ ਸਮਝਾ ਕੇ ਆਈ ਵੀ ਜੇ ਇੰਨੇ ਇੰਟੈਲੀਜੈਂਟ ਨੇ, ਹਰ ਇੱਕ ਚੀਜ਼ ਇਹਨਾਂ ਨੂੰ ਪਤਾ ਹੈ, ਅਵੇਅਰਨੈਸ ਹੈ, ਵੀ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਅੱਗੇ ਪੜ੍ਹਾ ਰਹੇ? ਦੈਨ 3 ਮਹੀਨਿਆਂ ਬਾਅਦ ਮੈਨੂੰ ਕਾਲ ਆਈ ਕਿ ਉਹ ਕੁੜੀ ਨੂੰ ਹੁਣ ਕੰਪਿਊਟਰ ਦਾ ਡਿਪਲੋਮਾ ਕਰਵਾ ਰਹੇ ਨੇ। ਮਤਲਬ ਕਿਉਂ ਨਾ ਇਹ ਨਹੀਂ ਕਹਿ ਸਕਦੇ ਕਿ ਇੱਕੋ ਦਿਨ 'ਚ ਸਾਰੀ ਦੁਨੀਆ ਨੂੰ ਆਪਾਂ ਚੇਂਜ ਕਰ ਸਕਦੇ ਹਾਂ ਜਾਂ ਵਿਮਨ ਇਨਰੋਲਮੈਂਟ ਵਧਾ ਸਕਦੇ ਹਾਂ, ਬਟ ਕਹਿੰਦੇ ਆ ਨਾ ਵੀ ਜੇ ਤੁਸੀਂ ਘਰ ਤੋਂ ਹੀ ਚੀਜ਼ਾਂ ਸ਼ੁਰੂ ਕਰੋਗੇ ਤਾਂ ਅੱਗੇ ਲੈਵਲ ਤੇ ਤਾਂ ਜਾਂਦੀ ਹੈ। ਜੇ ਥੋੜੇ ਵੀ ਆਪਾਂ ਕਦਮ ਚੱਕਣਾ ਸ਼ੁਰੂ ਕਰਾਂਗੇ ਤਾਂ ਸਰ ਏਦਾਂ ਅਵੇਅਰਨੈਸ ਜਾਗ ਸਕਦੀ ਹੈ। ਜਿਵੇਂ ਹੁਣ ਆਪਾਂ ਦੇਖਦੇ ਹਾਂ ਕਿ ਜਿਵੇਂ ਦੇਖਿਆ ਗਿਆ ਕਿ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਲੰਬਾ ਸਮਾਂ ਜਿਹੜਾ ਆ ਕਿਤੇ ਨਾ ਕਿਤੇ ਸ਼ੋਸ਼ਣ ਹੰਢਾਇਆ, ਸਮਾਜਿਕ ਪੱਧਰ ਤੇ ਵੀ ਜਾਂ ਧਾਰਮਿਕ ਪੱਧਰ ਤੇ ਵੀ, ਤੇ ਉਹਨਾਂ ਨੂੰ ਐਮਪਾਵਰ ਕਰਨ ਵਾਸਤੇ ਜਿਹੜਾ ਉਹਨਾਂ ਨੂੰ ਕਾਨੂੰਨੀ ਅਧਿਕਾਰ ਦਿੱਤਾ ਗਿਆ, ਜਿਵੇਂ ਡੋਮੈਸਟਿਕ ਵਾਇਲੈਂਸ ਦਾ 498A। ਬਿਲਕੁਲ। ਤੇ ਉਹ ਜਿਹੜੀ ਐਮਪਾਵਰਮੈਂਟ ਦਿੱਤੀ ਗਈ ਹੈ, ਪਰ ਜਦੋਂ ਆਪਾਂ ਡਾਟਾ ਦੇਖਦੇ ਹਾਂ, ਰਿਪੋਰਟਾਂ ਦੇਖਦੇ ਹਾਂ, ਤੇ ਕਈ ਵਾਰੀ ਆਉਂਦਾ ਹੈ ਕਿ ਉਹਨੂੰ ਐਜ਼ ਏ ਵੈਪਨ, ਕਿਉਂਕਿ ਐਮਪਾਵਰਮੈਂਟ ਦਾ ਮਤਲਬ ਹੈ ਕਿ ਇਕੁਅਲ ਲੈ ਕੇ ਆਉਣਾ, ਇੰਪਾਵਰ ਕੀਤਾ ਜਾਂਦਾ ਕਿ ਇਕੁਅਲ ਲੈ ਕੇ ਆਉਣਾ। ਪਰ ਇਹ ਜਿਹੜਾ ਕਾਨੂੰਨ ਦਿੱਤਾ ਗਿਆ, ਜੋ ਆਪਾਂ ਰਿਪੋਰਟਸ ਦੀ, ਅੱਜ ਆਪਾਂ ਜੈਂਡਰ ਇਕੁਐਲਿਟੀ ਦੀ ਗੱਲ ਕਰ ਰਹੇ ਹਾਂ, ਉੱਥੇ ਇਕੱਲਾ ਉਹਨਾਂ ਨੇ ਵੂਮੈਨ ਦਾ ਨਹੀਂ ਰੱਖਿਆ, ਉਹਨਾਂ ਰੱਖਿਆ ਕਿ ਸਾਰੇ ਜਿਹੜੇ ਇਕੁਅਲ ਨੇ। ਤੇ ਜਿਵੇਂ ਆਪਾਂ ਦੇਖਦੇ ਹਾਂ ਜਿਹੜਾ 498A ਆ, ਉਹ ਕਹਿੰਦੇ ਕਿ ਉਹ ਜ਼ਿਆਦਾਤਰ ਜਿਹੜਾ ਮਿਸਯੂਜ਼ ਹੋ ਰਿਹਾ, ਤੇ ਮਤਲਬ ਇਹ ਸਹੀ ਹੈ ਜੋ ਮਿਸਯੂਜ਼ ਹੋ ਰਿਹਾ ਕਿ ਜੋ ਵਰਤਿਆ ਜਾਂਦਾ? ਨਹੀਂ ਸਰ ਦੇਖੋ, ਕਹਿੰਦੇ ਆ ਨਾ ਕਿ ਇੱਕ ਬੜੀ ਜਨਰਲ ਜੀ ਗੱਲ ਹੈ ਕਿ ਐਵਰੀਥਿੰਗ ਐਕਸੈਸ ਇਨ ਬੈਡ। ਵਿਮਨ ਦੀ ਜਿਹੜੀ ਆਪਾਂ ਕਹਿੰਦੇ ਆ ਨਾ ਕਿ ਜੈਂਡਰ ਇਕੁਐਲਿਟੀ ਤੇ ਮੈਨੂੰ ਨਹੀਂ ਲੱਗਦਾ, ਮਤਲਬ ਬੀਇੰਗ ਅ ਫੀਮੇਲ, ਮੈਨੂੰ ਏਦਾਂ ਲੱਗਦਾ ਕਿ ਵਿਮਨ ਦੀ ਜਿਹੜੀ ਜ਼ਿਆਦਾ ਇਨਰੋਲਮੈਂਟ ਵੀ ਵੱਧ ਰਹੀ ਹੈ ਅਕੋਰਡਿੰਗ ਟੂ ਮੈਨ। ਕਿ ਜਿਹੜੀ ਆਪਾਂ ਪੁਰਾਣੀਆਂ ਰਿਪੋਰਟਸ ਦੇਖ ਰਹੇ ਹਾਂ, ਜਿਹੜਾ ਜੈਂਡਰ ਗੈਪ ਰਿਪੋਰਟ ਵਰਲਡ ਇਕਨੋਮਿਕ ਫਰਮ ਜਿਹੜੀ ਪਬਲਿਸ਼ ਕਰਦੀ ਹੈ, ਉਹਦੇ 'ਚ ਵੀ ਜਿਹੜਾ ਰੈਂਕ ਹੈ ਆਪਣਾ ਹੁਣ ਅੱਛਾ ਚੱਲ ਰਿਹਾ ਅਕੋਰਡਿੰਗ ਟੂ ਜਿਹੜੇ ਪ੍ਰੀਵੀਅਸ ਈਅਰਸ ਨੇ। ਮਤਲਬ ਮੈਨੂੰ ਇੱਦਾਂ ਲੱਗ ਰਿਹਾ ਕਿ ਆਪਾਂ ਉਹਨੂੰ ਵਿਮਨ ਨੂੰ ਅੱਗੇ ਗੈਪ ਕਰਦੇ ਕਰਦੇ, ਉਹਨਾਂ ਨੂੰ ਅੱਗੇ ਅਪਲਿਫਟ ਕਰਦੇ ਕਰਦੇ, ਕਿਤੇ ਨਾ ਕਿਤੇ ਮੈਨ ਦੀ ਜਿਹੜੀ ਪ੍ਰਾਈਵੇਸੀ ਉਹ ਥ੍ਰੈਟ ਹੋ ਰਹੀ ਹੈ। ਉਹਨਾਂ ਦੀ ਜਿਹੜੀ ਮਤਲਬ ਇਨ ਹਿਊਮਨ ਪਾਵਰ ਹੈ, ਵਿਮਨ ਮਿਸਯੂਜ਼ ਕਰ ਰਹੀਆਂ ਨੇ ਮੈਨ ਦੀ ਨੂੰ। ਮਤਲਬ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜਿਹੜੀਆਂ ਰਿਪੋਰਟਸ ਨੇ ਉਹ ਨੈਗੇਟਿਵ ਆ ਰਹੀਆਂ ਨੇ, ਕਿਤੇ ਨਾ ਕਿਤੇ ਮਤਲਬ ਝੂਠੀ ਕਈ ਵਾਰੀ ਦਰਜ ਕਰ ਦਿੰਦੀਆਂ ਨੇ। ਉਹ ਇਹੀ ਹੈ ਕਿ ਜਿਹੜੀ ਪਾਵਰ ਮਿਲੀ ਹੋਈ ਹੈ ਉਹਦਾ ਮਿਸਯੂਜ਼ ਹੋ ਰਿਹਾ। ਮਤਲਬ ਇੱਦਾਂ ਥੋੜ੍ਹਾ ਜਿਹਾ ਜਿਹੜਾ ਆਪਾਂ ਕਹਿ ਸਕਦੇ ਹਾਂ ਕੌਨਸਟੀਟਿਊਸ਼ਨ ਦੇ ਅਕੋਰਡਿੰਗ ਥੋੜ੍ਹੀ ਲਿਮਿਟਸ ਉਹਨਾਂ ਦੇ ਉੱਤੇ ਲਾਉਣੀ ਚਾਹੀਦੀਆਂ ਨੇ। ਮਤਲਬ ਪੂਰੀ ਦੋਨੋਂ ਦੀ ਪ੍ਰੋਸੀਡਿੰਗਸ ਦੇ ਨਾਲ ਜੋ ਰਿਜ਼ਲਟ ਆਊਗਾ ਉਸ ਤੋਂ ਬਾਅਦ ਡਿਸੀਜ਼ਨ ਲਿਆ ਜਾਏਗਾ। ਪਰ ਜਿਵੇਂ ਆਪਾਂ ਹੁਣ ਆਪਣਾ ਕਨਸਟੀਟਿਊਸ਼ਨ ਦੇਖਦੇ ਹਾਂ, ਕਨਸਟੀਟਿਊਸ਼ਨ ਦੇ ਵਿੱਚ ਕਿਉਂਕਿ ਉਹਨਾਂ ਨੇ ਸਾਰਿਆਂ ਨੂੰ ਬਰਾਬਰਤਾ ਦਿੱਤੀ, ਉਹਨਾਂ ਨੇ ਇੱਕ ਪਾਰਟੀਕੂਲਰ ਕੋਈ ਜੈਂਡਰ ਨੂੰ ਉਹਨਾਂ ਨੇ ਉਹ ਨਹੀਂ ਕੀਤਾ ਕਿ ਇਹ ਜੈਂਡਰ ਜਿਹੜਾ ਇਹਨੂੰ ਖਾਸ ਅਧਿਕਾਰ ਦੇ ਰਹੇ ਹਾਂ ਤੇ ਇਹਨਾਂ ਨੂੰ ਆਪਾਂ ਨਹੀਂ ਦੇ ਰਹੇ। ਬਿਲਕੁਲ। ਤੇ ਪਰ ਜਦੋਂ ਆਪਾਂ ਹਕੀਕੀ ਤੌਰ ਤੇ ਦੇਖਦੇ ਹਾਂ ਕਿ ਮਤਲਬ ਜਦੋਂ ਕੋਈ ਗਰਾਊਂਡ ਦੀ ਕੋਈ ਰਿਐਲਿਟੀ ਸਾਹਮਣੇ ਆਉਂਦੀ ਹੈ ਤੇ ਕਾਨੂੰਨ ਆਪਣੀ ਦਖਲ ਦਿੰਦਾ ਹੈ ਕਿ ਆਪਾਂ ਇਹਨਾਂ ਨੂੰ ਐਮਪਾਵਰ ਕਰਾਂਗੇ। ਪਰ ਜਦੋਂ ਆਪਾਂ ਉਹ ਚੀਜ਼ ਦਾ ਦੇਖਦੇ ਹਾਂ ਕਿ ਉਹਦਾ ਜਦੋਂ ਮਿਸਯੂਜ਼ ਹੁੰਦਾ ਹੈ, ਉਹਦਾ ਮਿਸਯੂਜ਼ ਕੀਤਾ ਜਾਂਦਾ ਹੈ, ਤੇ ਉਹਨੂੰ ਕਿਸ ਤਰ੍ਹਾਂ ਮਤਲਬ ਰੋਕਿਆ ਜਾ ਸਕਦਾ? ਮਿਸਯੂਜ਼ ਸਰ ਜਿੱਦਾਂ ਪਹਿਲਾਂ ਵੀ ਤੁਸੀਂ ਕਿਹਾ ਕਿ ਜਿਵੇਂ ਕੇਸਿਸ, ਜਿਵੇਂ ਹੁਣ ਆਪਾਂ ਸਿੰਗਰ ਦੀ ਗੱਲ ਕਰ ਲੈਂਦੇ ਹਾਂ, ਮਤਲਬ ਮੇਰੇ ਅਕੋਰਡਿੰਗ ਇਹ ਹੈ ਕਿ ਪਹਿਲਾਂ ਦੋਨਾਂ ਦੇ ਫੈਮਿਲੀ ਕੋਲੈਪਸ ਹੈ ਜਿਹੜੇ
ਉਹਨਾਂ ਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਹਾਂ ਕਿ ਐਕਚੁਅਲ ਕੀ ਚੀਜ਼ਾਂ ਚੱਲ ਰਹੀਆਂ ਸੀ ਵਿਦ ਪ੍ਰੂਫ। ਜਿਹੜੀ ਪ੍ਰੋਸੀਡਿੰਗ ਹੈ ਦੇਣੀ ਚਾਹੀਦੀ ਹੈ, ਇਹ ਨਹੀਂ ਕਿ ਵਿਮਨ ਨੇ ਕੇਸ ਪਾਤਾ ਤੇ ਉਹਨੂੰ ਐਕਸੈਪਟ ਕਰ ਲਓ। ਮਤਲਬ ਵਿਦ ਪ੍ਰੂਫ ਜਿਹੜੀ ਪ੍ਰੋਸੀਡਿੰਗ ਹੈ ਉਹ ਅੱਗੇ ਕੰਟੀਨਿਊ ਕਰਨੀ ਚਾਹੀਦੀ ਹੈ ਤੇ ਉਹਦਾ ਰਿਜ਼ਲਟ ਵੀ ਇਸ ਹਿਸਾਬ ਨਾਲ ਦੇਣਾ ਚਾਹੀਦਾ ਹੈ। ਨਹੀਂ ਕਿ ਵਿਮਨ ਵਿਚਾਰੀ ਤਰਸ ਦਾ ਆਧਾਰ ਹੈ, ਉਹਨੂੰ ਲੈ ਕੇ ਤੁਸੀਂ ਉਹਦੀ ਜਿਹੜੀ ਕੇਸ ਹੈ ਉਹ ਦਰਜ ਕਰ ਲਓ। ਜਿਵੇਂ ਤੁਸੀਂ ਕਿਹਾ ਕਿ ਰਿਜ਼ਰਵੇਸ਼ਨ ਜਿਹੜੀ ਆ ਉਹ ਤੈਅ ਕੀਤੀ ਗਈ ਹੈ ਕਿ ਜਿਵੇਂ ਹੁਣ ਕੋਈ ਸਰਪੰਚ ਬਣਦੀ ਹੈ ਕੋਈ ਫੀਮੇਲ ਜਾਂ MC ਬਣਦੀ ਹੈ, ਉਹ ਜਿਹੜੀਆਂ ਪਾਵਰਸ ਯੂਜ਼ ਕਰ ਰਿਹਾ ਉਹ ਮੇਲ ਕਰ ਰਿਹਾ ਤੇ ਇਹਦੇ ਹੁਣ ਕਾਨੂੰਨੀ ਤੌਰ 'ਤੇ ਜੇ ਅਧਿਕਾਰ ਦੇ ਦਿੱਤਾ ਗਿਆ ਤੇ ਕੀ ਕਿਤੇ ਮਹਿਲਾ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੀ ਹੈ ਕਿ ਉਹ ਆਪਣੀ ਪਾਵਰਸ ਨੂੰ ਯੂਜ਼ ਕਰ ਰਹੀ, ਉਹ ਆਪਣੀਆਂ ਪਾਵਰਸ ਜਿਹੜੀਆਂ ਆਪਣੇ ਮੇਲ ਉਹਨੂੰ ਡੋਮੀਨੇਟ ਕਰਨ ਦੇ ਰਹੀ ਹੈ ਕਿ ਤੂੰ ਮੇਰੀਆਂ ਪਾਵਰਸ ਨੂੰ ਯੂਜ਼ ਕਰ? ਇਹਦਾ ਕਾਰਨ ਕੀ ਮੰਨਦੇ ਹੋ? ਇਹਦਾ ਸਰ ਮਤਲਬ ਅਗਰ ਮੈਂ ਪਰਸਨਲੀ ਦੱਸਾਂ ਵੀ ਜਦੋਂ ਮਤਲਬ ਮੈਨੂੰ ਕੋਈ ਕੰਮ ਸੀ, ਮੈਂ ਸਰਟੀਫਿਕੇਟ 'ਤੇ ਸਾਈਨ ਕਰਵਾਉਣਾ ਸੀ, ਮਤਲਬ ਉਸ ਲੇਡੀ ਦਾ ਆਨਸਰ ਇਹ ਸੀ ਕਿ ਜਦੋਂ ਹਸਬੈਂਡ ਹੋਣਗੇ ਮੈਂ ਸਾਈਨ ਕਰੂੰਗੀ ਤਾਂ ਸਾਈਨ ਕਰੂੰਗੀ। ਦੈਟ ਮੀਨਸ ਕਿਤੇ ਨਾ ਕਿਤੇ ਹਸਬੈਂਡ ਉਹਦੀ ਪਾਵਰ ਨੂੰ ਟੈਕਲ ਕਰ ਰਿਹਾ, ਕਿਤੇ ਨਾ ਕਿਤੇ ਉਹਨਾਂ 'ਚ ਆਪਸ 'ਚ ਮਿਸਕਨਵਰਸੇਸ਼ਨ ਹੋ ਸਕਦੀ ਹੈ ਅਗਰ ਉਹ ਸਾਰੀਆਂ ਪਾਵਰਸ ਯੂਜ਼ ਕਰ ਸਕਦੀ ਹੈ। ਮਤਲਬ ਪਹਿਲਾਂ ਤਾਂ ਜਿਹੜੀ ਵਾਕਈ ਜਿਹੜੀ ਜੈਂਡਰ ਇਕੁਐਲਿਟੀ ਇਕੁਅਲ ਲੈਵਲ 'ਤੇ ਹੀ ਹੋਣੀ ਚਾਹੀਦੀ ਹੈ ਵੀ ਜੇ ਵਿਮਨ ਦੀ ਸੀਟ ਹੈ ਤਾਂ ਉਹਨੂੰ ਹੀ ਆਪਣਾ ਹੱਕ ਅੱਗੇ ਜਾ ਕੇ ਲੜਨਾ ਚਾਹੀਦਾ ਹੈ। ਤੇ ਜਿਹੜੀਆਂ ਪ੍ਰੋਬਲਮਸ ਨੇ, ਜਿਵੇਂ ਆਪਾਂ ਕਹਿ ਰਹੀ MC ਇੱਕ ਗਲੀ ਦਾ ਹੁੰਦਾ ਹੈ ਨਾ, ਇੱਕ ਮੁਹੱਲੇ ਦਾ ਹੁੰਦਾ, ਤੇ ਇਹ ਪ੍ਰੋਬਲਮਸ ਵਿਮਨਸ ਨੂੰ ਹੀ ਟੈਕਲ ਕਰਨੀਆਂ ਚਾਹੀਦੀਆਂ ਨੇ। ਉਹ ਕਹਿੰਦੇ ਨਾ ਵੀ ਇੱਕ ਪਹਿਲੇ ਜ਼ਮਾਨੇ 'ਚ ਰਾਜਿਆਂ ਦੀ ਗੱਲ ਹੁੰਦੀ ਸੀ ਵੀ ਰਾਜੇ ਦੀ ਸੀਟ ਹੁੰਦੀ ਸੀ, ਦਿਮਾਗ ਉਹਦੇ ਜਿਹੜੇ 9 ਰਤਨ ਹੁੰਦੇ ਸੀ ਉਹਨਾਂ ਦਾ ਚੱਲਦਾ ਸੀ। ਅੱਜ ਕੱਲ੍ਹ ਉਹ ਹਿਸਾਬ ਹੋਇਆ ਪਿਆ ਸਰ। ਤੇ ਆਪਣੇ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਜਾਂ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਜਾਂ ਲੋਕਲ ਪੱਧਰ 'ਤੇ ਕਹਿ ਲਈਏ, ਇਹ ਕਿਸ ਤਰ੍ਹਾਂ ਇਨੀਸ਼ੀਏਟਿਵ ਲਿਆ ਆਪਾਂ ਕਰ ਸਕਦੇ ਹਾਂ ਕਿ ਜਿਹੜਾ ਜੈਂਡਰ ਇਕੁਐਲਿਟੀ ਆਏ, ਕਿ ਸਾਰੇ ਲੋਕੀ ਆਪਣੇ ਆਪ ਨੂੰ ਬਰਾਬਰ ਮਹਿਸੂਸ ਕਰਨ? ਸਰ ਆਈ ਥਿੰਕ ਜਿੱਦਾਂ ਮੈਂ ਕਹਿ ਸਕਦਾ ਜਿਵੇਂ ਸਪੋਰਟਸ ਹੈ, ਹੁਣ ਆਪਣੇ ਕਾਲਜ ਹੀ ਦੇਖ ਲਓ, ਹਰਜੀਤ ਮੈਮ ਹੈ, ਮਤਲਬ ਐਡੇ ਵੱਡੇ ਲੈਵਲ 'ਤੇ ਜਿਹੜੇ ਆਕਲੈਂਡ ਦੇ ਵਿੱਚ ਜਾ ਕੇ ਪਹਿਲੀ ਗੱਲ ਤਾਂ ਇੰਡੀਆ ਲੈਵਲ ਨੂੰ ਰਿਪਰੈਜ਼ੈਂਟ ਕਰਕੇ ਆਏ, ਦੂਜੀ ਉਹ ਮਾਤਾ ਗੁਜਰੀ ਕਾਲਜ ਨੂੰ ਰਿਪਰੈਜ਼ੈਂਟ ਕਰਕੇ ਆਏ। ਕਿ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਮਤਲਬ ਆਪਣੇ ਵਰਗੇ ਹੀ ਲੋਕ ਇਹਨਾਂ ਨੂੰ ਪ੍ਰਮੋਟ ਕਰਨ ਕਿ ਗਵਰਨਮੈਂਟ ਜੋਬ ਵਿੱਚ ਇਹਨਾਂ ਦੀ ਜਿਹੜੀ ਸਕਸੀਡ ਹੈ, ਪ੍ਰਮੋਸ਼ਨ ਹੈ, ਉਹ ਹੋਵੇ? ਇਹ ਇੱਕ ਚੰਗਾ ਇਨੀਸ਼ੀਏਟਿਵ ਹੋਏਗਾ ਕਿਉਂਕਿ ਇਹ ਬੜੀ ਵੱਡੀ ਅਚੀਵਮੈਂਟ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਜਿਹੜਾ ਉਹਨਾਂ ਨੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ। ਹਾਂ, ਤੇ ਜਦੋਂ ਆਪਾਂ ਆਪਣੇ ਮੰਨ ਲਓ ਇੰਡੀਆ ਦੇ ਵਿੱਚ ਗੱਲ ਕਰਦੇ ਹਾਂ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਧਰਮ ਨੇ, ਬਹੁਤ ਸਾਰੀਆਂ ਭਾਸ਼ਾਵਾਂ ਨੇ, ਬਹੁਤ ਸਾਰੇ ਕਲਚਰ ਨੇ। ਬਿਲਕੁਲ। ਤੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਕਿ ਜਿਵੇਂ ਪਹਿਲਾਂ ਸਤੀ ਪ੍ਰਥਾ ਹੁੰਦੀ ਸੀ, ਫਿਰ ਉਹਨੂੰ ਰਾਜਾ ਰਾਮ ਮੋਹਨ ਰਾਏ ਨੇ ਆਵਾਜ਼ ਚੱਕੀ ਤੇ ਉਹਨੂੰ ਫਿਰ ਖਤਮ ਕੀਤਾ ਗਿਆ। ਪਰ ਅੱਜ ਵੀ ਜਦੋਂ ਕਈ ਵਾਰੀ ਆਪਾਂ ਕੁਛ ਹਿਊਮਨ ਰਾਈਟਸ ਦਾ ਡਾਟਾ ਪੜ੍ਹਦੇ ਹਾਂ ਤੇ ਕੁਛ ਸਟੇਟਾਂ ਦੇ ਵਿੱਚੋਂ ਕੁਛ ਕੁ ਕੇਸ ਰਿਪੋਰਟ ਹੁੰਦੇ ਨੇ ਕਿ ਜਿੱਥੇ ਅੱਜ ਵੀ ਮਹਿਲਾਵਾਂ ਜਿਹੜੀਆਂ ਨੇ ਉਹ ਧਾਰਮਿਕ ਤੌਰ 'ਤੇ ਕਹਿ ਲਓ ਜਾਂ ਇੱਕ ਜਿਹੜੇ ਗਲਤ ਰੀਤੀ ਰਿਵਾਜ ਬਣੇ ਹੋਏ ਨੇ ਉਹਦੇ ਤੌਰ 'ਤੇ ਉਹਨਾਂ ਦਾ ਸ਼ੋਸ਼ਣ ਹੋ ਰਿਹਾ, ਤੇ ਉਹ ਕੇਸ ਰਿਪੋਰਟ ਹੋਣ ਦੇ ਬਾਵਜੂਦ ਵੀ ਇਵੇਂ ਦੇ ਕੇਸ ਨਹੀਂ ਰੁਕ ਰਹੇ। ਤੇ ਇਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ? ਸਰ ਆਈ ਥਿੰਕ ਮੈਨੂੰ ਇਦਾਂ ਲੱਗਦਾ ਵੀ ਜਿਹੜੇ ਬੈਕਵਰਡ ਏਰੀਆਸ ਨੇ ਉਹ ਹਜੇ ਵੀ ਟੈਕਲ ਨਹੀਂ ਹੋ ਰਹੇ। ਜਿਵੇਂ ਤੁਸੀਂ ਕਹਿੰਦੇ ਹੋ ਨਾਰਥ ਈਸਟ ਕੰਟਰੀਜ਼, ਆਪਾਂ ਸਟੇਟਸ ਦੀ ਗੱਲ ਕਰੀਏ ਹੈ ਨਾ, ਨਾਰਥ ਈਸਟ ਸਟੇਟਸ ਦੇ ਵਿੱਚ ਹਜੇ ਵੀ ਇੱਦਾਂ ਦੀਆਂ ਕੁਝ ਸਟੇਟਸ ਹੈ, ਜਿਵੇਂ ਕੇਰਲਾ ਦੇ ਵਿੱਚ ਲਾ ਲਓ, ਇਕੱਲਾ ਕੇਰਲਾ ਨਹੀਂ, ਕੇਰਲਾ ਦੇ ਅੰਦਰ ਜੋ ਸਟੇਟਸ ਨੇ ਹਜੇ ਵੀ ਜਿਵੇਂ ਕਹਿ ਰਹੇ ਵਿਮਨ ਦਾ ਸ਼ੋਸ਼ਣ ਹੋ ਰਿਹਾ ਹੈ ਹਲੇ ਵੀ। ਮਤਲਬ ਜੇ ਤੁਸੀਂ ਪ੍ਰੋਪਰ ਉਹਨਾਂ ਲੈਵਲ ਤੱਕ ਨਹੀਂ ਪਹੁੰਚੋਗੇ, ਜਿਵੇਂ ਤੁਸੀਂ ਟਰਾਈਬਲ ਦੀ ਗੱਲ ਕੀਤੀ ਕਿ ਟਰਾਈਬਲ ਕਮਿਊਨਿਟੀ ਸੇਫ ਹੈ ਮਤਲਬ ਵਿਮਨ ਲਈ, ਬਹੁਤ ਕੇਸਿਸ ਐਵੇਂ ਦੇ ਵੀ ਆਉਂਦੇ ਆ ਸਰ ਕਿ ਜਿੱਥੇ ਵਿਮਨ ਨਾਲ ਸੈਕਸ਼ੂਅਲ ਰੇਪ ਕੇਸਿਸ ਦੇ ਵੀ ਆਉਂਦੇ ਆ ਕਿ ਉਹ ਹਜੇ ਵੀ ਸੇਫ ਨਹੀਂ ਹੈ, ਜੋ ਟਰਾਈਬਲ ਸੁਸਾਇਟੀ ਵੀ ਹੈ, ਵਿਮਨ ਸਪੈਸ਼ਲੀ। ਬਾਕੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬੈਕਵਰਡ ਏਰੀਆਜ਼ ਦੇ ਵਿੱਚ ਹਲੇ ਵੀ ਉਹ ਪ੍ਰੋਬਲਮ ਦੇਖਣ ਨੂੰ ਮਿਲ ਰਹੀ ਹੈ। ਮੈਨੂੰ ਲੱਗਦਾ ਕਿ ਜਿਹੜੇ ਇੱਦਾਂ ਦੇ ਪੀਕ ਏਰੀਆਜ਼ ਨੇ ਜਿਨ੍ਹਾਂ ਵੱਲ ਨਾ ਤਾਂ ਕੋਈ ਕੌਨਸਟੀਟਿਊਸ਼ਨ ਦੀ ਪ੍ਰੋਵੀਜ਼ਨ ਹੈ ਕਿ ਇੱਥੇ ਅਸੀਂ ਕੁਝ ਕਰਾਂਗੇ, ਨਾ ਉੱਥੇ ਕੋਈ ਗਵਰਨਮੈਂਟ ਪ੍ਰੋਪਰ ਆਪਣੀ ਅਪਰੋਚ ਦਿਖਾ ਰਹੀ ਹੈ ਜਾਂ ਉਹਨਾਂ ਲਈ ਨਾ ਕੋਈ ਇਨੀਸ਼ੀਏਟਿਵਸ ਹੈ, ਆਈ ਥਿੰਕ ਉਹਨਾਂ ਨੂੰ ਟੈਕਲ ਕਰਨਾ ਚਾਹੀਦਾ। ਜਿਵੇਂ ਆਪਾਂ ਲਾ ਲਓ ਯੂਪੀ ਬਿਹਾਰ ਦੇ ਕਾਫੀ ਗਾਉਂ ਨੇ ਹਜੇ ਵੀ ਉੱਥੇ ਜਿਹੜੀਆਂ ਵਿਮਨਸ ਨਾਲ ਟਿਪੀਕਲ ਬਿਹੇਵ ਕੀਤਾ ਜਾਂਦਾ। ਸਾਡਾ ਜਿਹੜਾ ਸਿਨੇਮਾ ਆ, ਸਿਨੇਮਾ ਦੇ ਵਿੱਚ ਵੀ ਜਦੋਂ ਆਪਾਂ ਜੋ ਦੇਖਦੇ ਹਾਂ ਤੇ ਉੱਥੇ ਵੀ ਕਿਤੇ ਨਾ ਕਿਤੇ ਚਲੋ ਕੁਛ ਕੁ ਅੱਜ ਕੱਲ੍ਹ ਮੂਵੀਜ਼ ਬਣ ਰਹੀਆਂ ਨੇ ਕਿ ਜਿਹੜੀਆਂ ਵੂਮੈਨ ਨੂੰ ਜਿਹੜਾ ਉਹਨਾਂ ਦੇ ਇਸ਼ੂਜ਼ ਨੇ, ਉਹਨਾਂ ਦੀ ਜਿਹੜੀ ਮਤਲਬ ਉਹ ਆਪਣੀ ਹੋਂਦ ਨੂੰ ਸਮਝਣ ਅਤੇ ਉਹਨੂੰ ਆਪਣਾ ਮਹਿਸੂਸ ਕਰਨ ਅਤੇ ਪਾਵਰ ਫੀਲ ਕਰਨ, ਉਵੇਂ ਦਾ ਕੀਤਾ ਜਾ ਰਿਹਾ। ਪਰ ਹਜੇ ਬਹੁਤਾ ਮੀਡੀਆ ਇਸ ਬਾਰੇ ਗੱਲ ਨਹੀਂ ਕਰ ਰਿਹਾ। ਅਤੇ ਮੀਡੀਆ ਕੀ ਭੂਮਿਕਾ ਅਦਾ ਕਰ ਸਕਦਾ? ਜੇ ਮੰਨ ਲਓ ਆਪਾਂ ਵੈਸੇ ਆਪਣੇ ਮੀਡੀਆ ਦੀ ਗੱਲ ਕਰੀਏ, ਆਪਣੇ ਮੂਵੀਜ਼ ਰਾਹੀਂ ਜਾਂ ਕਿਸੇ ਵੀ ਜ਼ਰੀਏ ਰਾਹੀਂ, ਅਤੇ ਮੀਡੀਆ ਕੀ ਅਦਾ ਕਰ ਸਕਦਾ ਹੈ ਕਿ ਇਕੁਐਲਿਟੀ ਜਿਹੜੀ ਆ ਸਕੇ? ਬਿਲਕੁਲ ਸਰ, ਮੀਡੀਆ ਤਾਂ ਇੱਕ ਇੰਟਰਮੀਡੀਏਟ ਪਾਵਰ ਬਣ ਸਕਦਾ ਬਹੁਤ ਵੱਡੀ, ਇੱਕ ਵਿਮਨ ਤੇ ਜਿਹੜੀ ਅੱਗੇ ਇਨਰੋਲਮੈਂਟ ਹੋ ਸਕਦੀ ਹੈ ਪਾਰ ਦੇ ਵਿੱਚ, ਕਿ ਤੁਸੀਂ ਅੱਗੇ ਤੋਂ ਅੱਗੇ ਜਿਹੜੀ ਉਹਨਾਂ ਦੇ ਸੋਸ਼ਲ ਇਸ਼ੂਜ਼ ਕਹਿ ਸਕਦੇ ਹਾਂ ਆਪਾਂ, ਜਾਂ ਉਹਨਾਂ ਦੀ ਜਿਹੜੀ ਬਣਦੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਅੱਗੇ ਲਿਆਓ ਤਾਂ ਕਿ ਵਿਮਨ ਅਵੇਅਰ ਹੋਣ। ਈਵਨ ਗਰਲ ਸਟੂਡੈਂਟਸ ਆਪਾਂ ਦੇਖਦੇ ਹਾਂ ਕਿ ਕੁਛ ਜਿਨ੍ਹਾਂ ਦੇ ਕੀ ਹੁੰਦੇ ਆ ਨਾ ਵੀ ਉਹਨਾਂ ਦਾ ਕਰਨ ਦਾ ਕੁਛ ਹੋਰ ਮਨ ਹੁੰਦਾ ਹੈ,
ਘਰਦਿਆਂ ਦੀ ਸਪੋਰਟ ਦੇ ਮਤਲਬ ਕੁਝ ਕਾਰਨਵਸ਼ ਇੱਦਾਂ ਦੇ ਹੋ ਜਾਂਦੇ ਆ ਕਿ ਉਹਨਾਂ ਨੂੰ ਅੱਗੇ ਨਹੀਂ ਮਤਲਬ ਦਿੱਤੀਆਂ ਜਾਂਦੀਆਂ ਓਪਰਚੁਨਿਟੀਜ਼ ਕਿ ਤੁਸੀਂ ਅੱਗੇ ਕੁਝ ਕਰ ਸਕੋ। ਆਈ ਥਿੰਕ ਮੀਡੀਆ ਇੱਕ ਬਹੁਤ ਅੱਛਾ ਸੈਂਟਰ ਬਣ ਸਕਦਾ ਹੈ, ਇੰਟਰਮੀਡੀਏਟ ਸੈਂਟਰ ਬਣ ਸਕਦਾ ਹੈ ਕਿ ਤੁਸੀਂ ਵਿਮਨ ਦੀ ਇਨਰੋਲਮੈਂਟ ਅੱਛੀ ਲੈਵਲ ਤੇ ਪਹੁੰਚਾ ਸਕਦੇ ਹੋ ਤੇ ਇੱਕ ਮੈਸੇਜ ਜ਼ਰੂਰ ਦੇ ਸਕਦੇ ਹੋ ਮਤਲਬ ਗਵਰਨਮੈਂਟ ਨੂੰ ਵੀ ਈਵਨ ਤੇ ਪਬਲਿਕ ਨੂੰ ਵੀ ਕਿ ਜਿਹੜੀਆਂ ਵਿਮਨ ਨੇ ਜਿਹਨੇ ਸ੍ਰਿਸ਼ਟੀ ਸਾਜੀ ਹੈ ਤੁਸੀਂ ਉਹਨਾਂ ਨੂੰ ਹੀ ਪਿੱਛੇ ਧਕਾ ਰਹੇ ਹੋ। ਚਲੋ ਮੈਮ, ਤੁਸੀਂ ਸਾਡੇ ਸਟੂਡੀਓ ਆਏ, ਬਹੁਤ ਬਹੁਤ ਧੰਨਵਾਦ। ਇਹ ਚਰਚਾ ਦਾ ਮੇਨ ਸਿੱਟਾ ਇਹੀ ਨਿਕਲਦਾ ਹੈ ਕਿ ਦੇਖੋ, ਜਦੋਂ ਆਪਾਂ ਧਰਮ ਦੀ ਗੱਲ ਕਰਦੇ ਹਾਂ ਤੇ ਗੁਰੂ ਨਾਨਕ ਦੇਵ ਜੀ ਵੱਲੋਂ ਕਿਹਾ ਗਿਆ ਕਿ ਸੋ ਕਿਉਂ ਮੰਦਾ ਆਖਿਆ ਜਿਤ ਜੰਮੈ ਰਾਜਾਨ, ਕਿ ਜੋ ਰਾਜਾ ਨੂੰ ਜਨਮ ਦਿੰਦੀ ਹੈ ਉਸ ਨੂੰ ਮਾੜਾ ਕਿਉਂ ਕਹਿਣਾ। ਫਿਰ ਉਸ ਤੋਂ ਬਾਅਦ ਜਿਵੇਂ ਅੱਜ ਆਪਾਂ ਇੰਟਰਨੈਸ਼ਨਲ ਵੂਮਨ ਡੇ ਵੀ ਮਨਾ ਰਹੇ ਹਾਂ, ਅਤੇ ਐਕਚੁਅਲੀ ਜਿਹੜੀ ਇਹਦੀ ਸ਼ੁਰੂਆਤ ਹੋਈ ਸੀ ਉਹ 1908 ਦੇ ਵਿੱਚ ਅਮਰੀਕਨ ਸੋਸ਼ਲਿਸਟ ਜਿਹੜੀ ਇੱਕ ਉਹਨਾਂ ਦੀ ਪਾਰਟੀ ਸੀ, ਉਹਨਾਂ ਵੱਲੋਂ ਉਹ ਔਰਤਾਂ ਜਿਹੜੀਆਂ ਉਹ ਲੜੀਆਂ, ਮਹਿਲਾਵਾਂ ਲੜੀਆਂ ਕਿ ਸਾਨੂੰ ਫੈਕਟਰੀਆਂ ਦੇ ਅੰਦਰ ਜਾਂ ਜਿੱਥੇ ਆਪਾਂ ਕੰਮ ਕਰਦੇ ਹਾਂ, ਸਾਨੂੰ ਅਗਰ ਬਰਾਬਰ ਕੰਮ ਕਰ ਰਹੀਆਂ ਤਾਂ ਉਹਨੂੰ ਬਰਾਬਰ ਪੇ ਕੀਤਾ ਜਾਏ, ਕਿ ਸਾਨੂੰ ਜਿਹੜਾ ਸੰਵਿਧਾਨਿਕ ਤੌਰ 'ਤੇ ਜਾਂ ਸਾਨੂੰ ਕਾਨੂੰਨੀ ਰੂਪ 'ਚ ਜਿਹੜੇ ਅਧਿਕਾਰ ਦਿੱਤੇ ਗਏ ਨੇ, ਜਦੋਂ ਤੱਕ ਆਪਾਂ ਇਹਨਾਂ ਨੂੰ ਸਮਝਦੇ ਨਹੀਂ ਆਪਾਂ ਯੂਜ਼ ਨਹੀਂ ਕਰ ਸਕਦੇ। ਅਤੇ ਸਾਡੇ ਦੇਸ਼ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਆ ਕਿ ਸਾਡੇ ਦੇਸ਼ ਦੇ ਕੋਲ ਸਭ ਤੋਂ ਵਧੀਆ ਅਤੇ ਸਭ ਤੋਂ ਵੱਡਾ ਸੰਵਿਧਾਨ ਹੋਣ ਦੇ ਬਾਵਜੂਦ ਸਭ ਤੋਂ ਵੱਡੀਆਂ ਸਮੱਸਿਆਵਾਂ ਵੀ ਸਾਡੇ ਦੇਸ਼ ਦੇ ਵਿੱਚ ਨੇ। ਇਹਦਾ ਕਾਰਨ ਇਹੋ ਹੀ ਹੈ ਕਿ ਆਪਾਂ ਆਪਣੇ ਸੰਵਿਧਾਨ ਨੂੰ, ਆਪਣੇ ਕਾਨੂੰਨ ਨੂੰ ਪੜ੍ਹਦੇ ਨਹੀਂ, ਉਹਦੀ ਇੰਟਰਪ੍ਰੀਟੇਸ਼ਨ ਨਹੀਂ ਕਰਦੇ। ਅਤੇ ਇਸ ਸਮੇਂ ਅੱਜ ਜਦੋਂ ਆਪਾਂ ਜੈਂਡਰ ਇਕੁਐਲਿਟੀ ਦੇ ਰਿਲੇਟਡ ਜਿਹੜਾ ਦਿਨ ਮਨਾ ਰਹੇ ਹਾਂ, ਅਤੇ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਆਪਾਂ ਆਪਣੇ ਕਾਨੂੰਨ ਨੂੰ ਸਮਝੀਏ, ਆਪਣੇ ਸੰਵਿਧਾਨ ਨੂੰ ਸਮਝੀਏ, ਅਤੇ ਜੋ ਜੋ ਸਾਡੀ ਹੋਂਦ ਹੈ ਉਹਨੂੰ ਸਵੀਕਾਰੀਏ ਅਤੇ ਉਹ 'ਤੇ ਮਾਣ ਕਰੀਏ। ਅਤੇ ਅਗਲੇ ਜਿਹੜੇ ਪ੍ਰੋਗਰਾਮ ਦੇ ਵਿੱਚ ਆਪਾਂ ਫਿਰ ਨਵੇਂ ਵਿਸ਼ੇ ਨਾਲ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਤਦ ਤੱਕ ਮਾਤਾ ਗੁਜਰੀ ਕਾਲਜ YouTube ਚੈਨਲ ਜਿਹੜਾ ਦੇਖਦੇ ਰਹੋ। ਧੰਨਵਾਦ।